ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬੀ ਨਿਯਮਾਂ ਨੂੰ ਪਾਲਣਾ ਇਹਦਾ ਨਾਮ ਧਰਮ ਹੈ। ਪਰ ਕੁਝ ਮਨੁੱਖੀ ਸੋਚਣੇ ਵਿੱਚ ਸ਼ਾਮਲ ਹੋ ਕੇ ਮਨੁੱਖਤਾ ਨੂੰ ਅਜਿਹਾ ਕੁਰਾਹੇ ਪਾਇਆ, ਇਹ ਭਰਮ ਨੂੰ ਹੀ ਧਰਮ ਸਮਝ ਕੇ ਕਮਾਉਣ ਲੱਗ ਪਈ। ਕੋਈ ਕਿਧਰੇ ਭਟਕਦਾ, ਕੋਈ ਕਿਧਰੇ ਭਟਕਦਾ। ਅਜਿਹੇ ਭੁੱਲੇ ਭਰਮੇ ਭਟਕੇ ਲੋਕਾਂ ਨੂੰ ਰੱਬੀ ਰਾਹ ਦਿਖਾਉਣ ਵਾਸਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਪ੍ਰਕਾਸ਼ ਲਿਆ। ਉਹਨਾਂ ਨੇ ਆਪਣੇ ਅੰਮ੍ਰਿਤ ਬੋਲਾਂ ਦੇ ਨਾਲ ਮਨੁੱਖਤਾ ਦੇ ਰਾਹ ਨੂੰ ਰੁਸ਼ਨਾਇਆ। ਉਹਨਾਂ ਦੀ ਅੰਮ੍ਰਿਤਮਈ ਬਾਣੀਆਂ ਵਿੱਚੋਂ ਜਪਜੀ ਸਾਹਿਬ ਇੱਕ ਇਲਾਹੀ ਦਾਤ ਹੈ, ਜਿਹੜੀ ਮਨੁੱਖਤਾ ਦੇ ਨਾਂ 'ਤੇ ਰੱਬ ਵੱਲੋਂ ਆਇਆ ਹੋਇਆ ਰੂਹ ਨੂੰ ਇੱਕ ਪ੍ਰੇਮ ਭਰਿਆ ਸੱਦਾ ਹੈ। ਇਹਦੇ ਵਿੱਚੋਂ ਜਪਜੀ ਸਾਹਿਬ ਦੀ ਪਾਵਨ ਪਵਿੱਤਰ ਬਾਣੀ ਦਾ ਹਲਕਾ ਜਿਹਾ ਸਾਰ ਆਪਾਂ ਅੱਜ ਸਾਂਝਾ ਕਰਨ ਲੱਗੇ ਹਾਂ। ਇਉਂ ਸਮਝ ਲਈਏ ਵੀ ਜਿਵੇਂ ਕੋਈ ਸਰੋਵਰ ਦੇ ਚਾਰੇ ਪਾਸੇ ਇੱਕ ਗੇੜਾ ਦਿੰਦਾ ਪਰ ਸਰੋਵਰ ਦੇ ਪਾਣੀ ਨਾਲ ਹਜੇ ਵਾਸਤਾ ਨਹੀਂ ਪਾਉਂਦਾ, ਇਸੇ ਤਰ੍ਹਾਂ ਅੱਜ ਆਪਾਂ ਜਪਜੀ ਸਾਹਿਬ ਦੇ ਦੁਆਲੇ ਪਰਿਕਰਮਾ ਕਰਨ ਲੱਗੇ ਹਾਂ। ਉਹਦੇ ਵਿੱਚੋਂ ਮੈਂ ਪਹਿਲੀ ਬੇਨਤੀ ਇਹ ਕਰਾਂ, ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਨੇ ਕਿਸੇ ਵੀ ਜਿਹੜੇ ਕੋਈ ਧਰਮ ਹੁੰਦਾ ਉਹਨੂੰ ਮੰਨਣ ਵਾਲੇ ਨੂੰ ਕੋਈ ਨਾ ਕੋਈ ਨਾਂ ਦਿੱਤਾ ਜਾਂਦਾ ਹੈ, ਅਤੇ ਗੁਰੂ ਨਾਨਕ ਸਾਹਿਬ ਜੀ ਨੇ ਵੀ ਧਰਮ ਦੀ ਦੁਨੀਆ ਵਿੱਚ ਰਹਿਣ ਵਾਲੇ ਲੋਕਾਂ ਨੂੰ, ਸਿੱਖ ਧਰਮ ਦੇ ਰਾਹ 'ਤੇ ਤੁਰਨ ਵਾਲੇ ਲੋਕਾਂ ਨੂੰ ਨਾਂ ਦਿੱਤਾ ਹੈ। ਉਹ ਨਾਂ ਦਿੱਤਾ ਹੈ ਉਹਨੂੰ ਸਚਿਆਰ ਦਾ ਜਾਂ ਪੰਚ ਪਰਵਾਨ ਦਾ। ਉਹ ਜਿਹੜਾ ਪੰਚ ਹੈ ਉਹਦਾ ਜ਼ਿਕਰ ਕੀਤਾ ਹੈ। ਤੋ ਨਰਕਾਂ ਸਵਰਗਾਂ ਤੋਂ, ਤਰ੍ਹਾਂ ਤਰ੍ਹਾਂ ਦੇ ਜੰਤਰ ਮੰਤਰਾਂ ਤੋਂ, ਸਭ ਗੱਲ ਤੋਂ ਨਵੇਕਲੀ ਵਿਚਾਰਧਾਰਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ, ਜਿਹਦੇ ਵਿੱਚੋਂ ਸਾਨੂੰ ਇਲਾਹੀ ਸੰਦੇਸ਼ ਮਿਲਦੇ ਨੇ। ਔਰ ਨਾਲ ਇਹ ਵੀ ਬੇਨਤੀ ਕਰਦੇ ਹਾਂ, ਇਸ ਮਾਰਗ 'ਤੇ ਤੁਰ ਕੇ ਇਹ ਗੱਲ ਚੇਤਾ ਰੱਖਿਓ ਵੀ ਜਪ ਸ਼ਬਦ ਦਾ ਅਕਸਰ ਅਰਥ ਕਰ ਦਿੱਤਾ ਜਾਂਦਾ ਹੈ ਕਿਸੇ ਚੀਜ਼ ਨੂੰ ਵਾਰ-ਵਾਰ ਰਿਪੀਟ ਕਰਨਾ। ਇੱਥੇ ਉਹ ਅਰਥ ਨਹੀਂ ਹੈ। ਇੱਥੇ ਅਰਥ ਹੈ ਭਈ ਜਪਜੀ ਸਾਹਿਬ ਦੀ ਬਾਣੀ ਨੂੰ ਵਾਰ-ਵਾਰ ਪੜ੍ਹਦੇ ਹਾਂ, ਅਸੀਂ ਆਪਣੇ ਅੰਦਰ ਮਹਿਸੂਸ ਕਰਨਾ ਹੈ ਵੀ ਕੀ ਮੈਨੂੰ ਇਹਦੇ ਵਿੱਚ ਦਿੱਤੀਆਂ ਹੋਈਆਂ ਦਾਤਾਂ, ਦਿੱਤੇ ਹੋਏ ਗਿਆਨ, ਦਿੱਤੇ ਹੋਏ ਇਲਾਹੀ ਸੰਦੇਸ਼ ਨੂੰ ਮੈਨੂੰ ਦੁਨੀਆ ਵਿੱਚੋਂ ਜਾਪਣ ਲੱਗ ਪਿਆ, ਮੈਨੂੰ ਮਹਿਸੂਸ ਹੋਣ ਲੱਗ ਪਿਆ। ਜਿਵੇਂ ਮੰਨ ਲਓ ਰੱਬ ਦੀ ਹੀ ਪਰਿਭਾਸ਼ਾ ਹੈ, ਉਹ ਕਿਸੇ ਤਰ੍ਹਾਂ ਕਿਸੇ ਆਕਾਰ ਵਿੱਚ ਨਹੀਂ ਹੈ, ਵਿਚਾਰ ਵਿੱਚ ਹੈ। ਕੀ ਮੈਨੂੰ ਇਹ ਭਰੋਸਾ ਹੋ ਗਿਆ ਵੀ ਵਾਕਈ ਜਿਹੜੇ ਰੱਬ ਦੀ ਪਰਿਭਾਸ਼ਾ ਹੈ, ਜਿਹੜੇ ਰੱਬ ਨੂੰ ਮੈਂ ਮੰਨਦਾ, ਉਹ ਕੇਵਲ ਵਿਚਾਰ ਵਿੱਚ ਹੈ। ਆਓ ਅਗਲੇ ਦੀ ਆਪਾਂ ਵਿਚਾਰ ਸਾਂਝੀ ਕਰੀਏ। ਸਭ ਤੋਂ ਪਹਿਲਾਂ ਦੁਨੀਆ ਦੇ ਕਰਮ ਕਾਂਡਾਂ ਨੂੰ ਪਾਸੇ ਰੱਖ ਕੇ ਮਨੁੱਖੀ ਸੋਚ ਵਿੱਚੋਂ ਗੁਰੂ ਜੀ ਨੇ ਬਚਨ ਆਖੇ ਵੀ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਇਹ ਸਚਿਆਰਤਾ ਦਾ ਮਾਰਗ ਹੈ। ਇਸ ਦੇ ਲਈ ਸਾਨੂੰ ਬਹੁਤ ਜ਼ਰੂਰੀ ਹੈ ਹੁਕਮ ਰਜ਼ਾਈ ਚੱਲਣਾ। ਤਾਂ ਹੁਕਮ ਕੀ ਹੈ? ਹੁਕਮ ਹੈ ਉਹ ਰੱਬੀ ਨਿਯਮ ਜਿਸ ਵਿੱਚ ਸਮੁੱਚੀ ਕਾਇਨਾਤ ਦੀ ਪੈਦਾਇਸ਼, ਪਾਲਣਾ ਅਤੇ ਵਿਨਾਸ਼ ਹੋ ਰਿਹਾ। ਉਸ ਨੂੰ ਸਮਝਣਾ, ਅਤੇ ਜਦੋਂ ਉਹਨੂੰ ਸਮਝ ਲਾਂਗੇ, ਉਹਦੇ ਸਮਝਣ ਵਾਸਤੇ ਬਹੁਤ ਜ਼ਰੂਰੀ ਹੈ ਸਾਨੂੰ ਸੁਣਨਾ ਪਏਗਾ। ਸੁਣਨਾ ਉਹ ਨਹੀਂ ਜੋ ਮੈਂ ਚਾਹੁੰਦਾ ਹੈ, ਸੁਣਨਾ ਉਹ ਨਹੀਂ ਜੋ ਮੈਨੂੰ ਚੰਗਾ ਲੱਗਦਾ, ਸੁਣਨਾ ਉਹ ਹੈ ਜੋ ਗੁਰੂ ਨੂੰ ਚੰਗਾ ਲੱਗਦਾ ਹੈ, ਜੋ ਗੁਰੂ ਦਾ ਦੱਸਿਆ ਹੋਇਆ ਸੱਚ ਹੈ, ਮੈਂ ਉਹਨੂੰ ਸੁਣਾ। ਸੁਣਨ ਤੋਂ ਬਾਅਦ ਗੱਲ ਮੰਨਣ ਦੀ ਹੈ। ਅਤੇ ਫਿਰ ਇਹ ਵੀ ਨਹੀਂ ਭਈ ਮੈਂ ਉਹਨਾਂ ਕੁ ਮੰਨ ਲਵਾਂ ਜਿੰਨਾ ਕੁ ਮੇਰੇ ਲਈ ਲਾਭ ਹੋਵੇ। ਮੰਨਣਾ ਵੀ ਉਹ ਹੈ ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਇਸ ਤਰ੍ਹਾਂ ਫਿਰ ਉਹ ਮਨੁੱਖ ਜਿਹੜਾ ਉਹ ਪੰਚ ਬਣ ਜਾਏਗਾ। ਅਤੇ ਪੰਚ ਨੂੰ ਬੜੀ ਵੱਡੀ ਮਹਾਨਤਾ ਹੈ, ਕਿਉਂਕਿ ਆਪਾਂ ਅਖੀਰ ਵਿੱਚ ਵੀ ਜਾ ਕੇ ਪੜ੍ਹਨੇ ਜਪਜੀ ਸਾਹਿਬ ਦੇ, ਤਿੱਥੈ ਸੋਹਣ ਪੰਚ ਪਰਵਾਨ, ਰੱਬ ਦੀ ਦਰਗਾਹ 'ਚ ਸ਼ੋਭਨੀਕ ਹੀ ਪੰਚ ਹੈ। ਨਦਰੀ ਕਰਮ ਪਵੈ ਨਿਸ਼ਾਨ, ਉਹਨੂੰ ਰੱਬ ਦੀ ਰਹਿਮਤ, ਰੱਬ ਦੀ ਬਖਸ਼ਿਸ਼ ਅਤੇ ਉਹਦਾ ਜਿਹੜਾ ਨਿਸ਼ਾਨ ਹੈ ਉਹ ਸਿਰਫ ਪੰਚ ਨੂੰ ਮਿਲਣਾ ਹੈ। ਪੰਚ ਸ਼ਬਦ ਦੁਨੀਆ ਦੇ ਧਾਰਮਿਕ ਲਿਬਾਸ ਤੋਂ, ਜਿਹੜੇ ਧਾਰਮਿਕ ਲਿਬਾਸਾਂ ਵਿੱਚ ਉਲਝੇ ਹੋਏ ਨੇ, ਪੰਚ ਸ਼ਬਦ ਦੁਨੀਆ ਦੇ ਉਹਨਾਂ ਜੰਤਰ ਮੰਤਰਾਂ ਤੋਂ ਨਵੇਕਲੇ, ਧਾਰਮਿਕ ਸਥਾਨਾਂ ਤੋਂ ਨਵੇਕਲਾ ਇੱਕ ਨਾਂ ਹੈ, ਬਹੁਤ ਵਧੀਆ, ਜਿਹੜਾ ਸੁਲਝਿਆ ਹੋਇਆ ਮਨੁੱਖ ਹੈ ਉਹਨੂੰ ਇਹ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਪੰਚ ਬਣਨ ਤੋਂ ਬਾਅਦ ਉਹਨੇ ਫਿਰ ਕੁਦਰਤ ਨੂੰ ਦੇਖਿਆ, ਕੁਦਰਤ ਦੇ ਦੀਦਾਰ ਕੀਤੇ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਦੇਖਦਾ ਅਸੰਖ ਜਪ ਕਰਨ ਵਾਲਿਆਂ ਨੂੰ ਵੀ ਹੈ,
तप करन वालियां नूं भी है, असंख मूर्ख अंध घोर इन्हां चोर हराम खोर सब नूं देखदा है वो। पर हर वारी किसी की निंदा उस्तत करन दी बजाए वडियाई अपने परमेश्वर की करदा है। जो तुद भावे साई भली कार, तू सदा सलामत निरंकार। ये 3 पौड़ियां विचों अगे निकल के फिर उहदे जीवन विच एक बहुत वड्डी तब्दीली आउंदी है। जदों इस गल नूं समझ लैंदा वो, इस गल नूं विचार लैंदा है, फिर उहदे जीवन विच एक भावना जागदी है भई एडी वड्डी कायनात, एडा वड्डा परमेश्वर का खिलारा, मैं उहदे अंदाजे ला ला के अंत ना दसां, बल्कि मैं ते बेनती करां भी रब्बा तेरी किसी भी चीज़ का अंत नहीं पा सकता, क्योंकि तेरे नाल जुड़िया शब्द बेअंत ही तां है, क्योंकि तेरी किसी चीज़ का अंत नहीं पैंदा। फिर वो बार बार इन्हां बचनां नूं गाउंदा है, अंत न सिफती कहण न अंत, अंत न करने देण न अंत। वो अपनियां गल्लां नहीं करदा, वो बेअंत दियां बातां पाउंदा है, बेअंत दियां रहमतां दा भागी बन जांदा है। बेअंत का लड़ पकड़ के तुरन वाला, सचियारता के मार्ग से तुरन वाला ते अगलेरे उहदे जीवन की निशानी है। जदों उस करते पुरख की सिफत सलाह नाल जुड़ गया, जिसनों बख्शे सिफत सलाह नानक पातशाह ही पातशाह, वो तो पातशाह का पातशाह बन गया। हुण उहदे च की खूबी है, वो पातशाह वो हुंदा है, अमीर वो हुंदा है जिहदे कोल बहुत महंगियां चीज़ां होण। हुण उहदे जीवन विच एक एक चीज़ बड़ी महंगी है, अमुल गुण, अमुल व्यापार, अमुल व्यापारीए, अमुल भंडार। ये सारा कुछ अमुल लैके सिफत सलाह का पातशाह बन के हुण सोदर ते पहुँच गया, रब की दहलीज ते पहुँच गया। एक बेनती इत्थे छोटी जी करनी चाहुंदे, भावें आपां बहुत संखेप विच कर रहे हैं। डर ते घर विच अंतर हुंदा है। डर ते जिहड़े लोग अणजाण ने, भावें वो रोज़ आउंदे होण, असीं उन्हां नूं मोड़ दिंदे। अखबार छिट्टण वाला, चिट्ठी देण वाला, दुੱਧ पाउण वाला, उहनूं डर तो मोड़ दिंदे, क्योंकि उन्हां नाल जीवन की सांझ नहीं है। पर जिहड़ा बंदा कोई रिश्तेदार है, सखा संबंधी अपना है, उहनूं डर ते आ जाए ते मोड़दे नहीं। याद रखियो, रब नाल जान पछाण बना लिओ, किते अखबार सुੱਟਣ वाले वांगू रोज़ नितनेम ना करी जाइए, रोज़ दुੱਧ पाउण वाले वांगू दर तो ही ना मुड़ाइए। घर तक भी पहुँचना है, दर तो लेके घर तक पहुँचण वास्ते फिर इहदे दरम्यान वो गल्लां दिखाइयां होईयां ने। मना देख किवें लोग धर्म कमाउंदे ने। वो बाकी पौड़ियां ने जिहड़ियां मुंदा संतोख वालियां, भुगत ज्ञान दिया भंडारण वालियां, एका माई जुगत विआई वालियां, वो सारियां वो पौड़ियां ने जिहड़ियां दर तो लेके घर तक दे सफर की गल समझाउंदियां ने भी ऐसे लोगों के विचों असीं उठ के एक सचियारता के मार्ग ते पांधी बनना है। अगली गल है जिहड़ी वो अगे 5 खंड ने, वो 5 खंड उहने जिहड़े 5 इउं समझ लो दर तो लैके घर तक दे एक वो पड़ाव ने जिन्हां राहीं मनुख ने अगे जाना है। धर्म खंड है, ज्ञान खंड है, इहदे राहीं असीं अपने जीवन विचों ये दातां प्राप्त करनियां ने। कर्म खंड आ जाता है, शर्म खंड आ जाता है, सच खंड आ जाता है, ये बख्शां भरे थारियां। फिर उस तो बाद विच जदों वो मनुख उत्थे पहुँच जाता है तो फिर उत्थे वेखदा सच खंड बसै निरंकार। उहदा खुद दा जीवन ही, खुद दा अपना जीवन ही सचखंड बन जाता है। हुण इत्थे 3 गल्लां थोड़ी चेते रखियो। नंबर 1 सच, आद सच, जुगाद सच, है भी सच, नानक होसी भी सच। दूजी गल है सचियार। तीजी गल है सचखंड। जिहड़ा सच नाल जुड़ेगा ओह ही सचियार होवेगा, जिहड़ा सचियार होवेगा ਉਹਦੇ जीवन सचखंड बनेगा तो ਉਹਦੇ जीवन ਵਿੱਚ फिर सचखंड बसै निरंकार। कर कर विखै नदर निहाल, तिथै खंड मंडल ब्रह्मंड, जे को कथै तांत अंत। ਜਿਹੜਾ इस तरह की कमाई करता है, जिन्नी नाम ध्याया, जिन्हों ने ये नाम ध्याया, जपजी साहिब की कमाई की, जपजी साहिब के अनुसार अपना जीवन बनाया, जिन्नी नाम ध्याया गए मशक्कत काल, नानक ते मुख उजले ਕੀਤੀ ਛੁੱਟੀ ਨਾਲ। ਉਹਨਾਂ ਦੇ ਮੁੱਖ ਉਜਲੇ ਹੋ ਜਾਂਦੇ ਨੇ ਤੇ ਉਹ ਜੀਵਨ ਦੀ ਇਹੋ ਜਿਹੀ ਪ੍ਰੇਰਨਾ ਦੇ ਕੇ ਜਾਂਦੇ ਨੇ। ਉਹਨਾਂ ਦੇ ਜੀਵਨ ਦੀ ਪ੍ਰੇਰਨਾ ਲੈ ਕੇ ਹੋਰ ਵੀ ਕੋਈ ਤੁਰੇਗਾ ਤਾਂ ਕੀਤੀ ਛੁੱਟੀ ਨਾਲ ਹੋ ਜਾਏਗਾ। ਉਹਨਾਂ ਦਾ ਜੀਵਨ ਵੀ ਉਸ ਮਾਲਕ ਦੀ ਪਵਿੱਤਰ ਬੁੱਕਲ ਦਾ ਸੁੱਖ ਮਾਣਨ ਜੋਗਾ ਹੋ ਜਾਏਗਾ। ਆਓ ਪਿਆਰ ਵਾਲਿਓ, ਰੋਜ਼ ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਬਾਣੀ ਪੜ੍ਹਨੇ ਆ।
ਉਹਨਾਂ ਦੀ ਬੁੱਕਲ ਵਿੱਚ ਬੈਠ ਕੇ ਕਦੇ ਸੱਚ ਨੂੰ ਸਮਝ ਕੇ ਇਸ ਤਰ੍ਹਾਂ ਜੀਵਨ ਦੀ ਸਾਂਝ ਪਾਈਏ, ਤਾਂ ਕਿ ਜਦੋਂ ਮੈਂ ਗੁਰੂ ਨੂੰ ਮੂੰਹ ਦਿਖਾਵਾਂ, ਦੁਨਿਆਵੀ ਤੌਰ 'ਤੇ ਕਿਸੇ ਨੂੰ ਮੂੰਹ ਦਿਖਾਉਣਾ ਹੋਵੇ ਤੇ ਅਸੀਂ ਬੜੀ ਤਿਆਰੀ ਕਰਨੇ ਹੈ, ਪਰ ਜਦੋਂ ਗੁਰੂ ਨੂੰ ਮੂੰਹ ਦਿਖਾਉਣਾ, ਜਪਜੀ ਸਾਹਿਬ ਇੱਕ ਉਹ ਬਿਊਟੀ ਪਾਰਲਰ ਹੈ ਜਿਹਦੇ ਵਿੱਚ ਮੁੱਖ ਉਜਲੇ ਹੁੰਦੇ ਨੇ, ਜਿਹਦੇ ਵਿੱਚ ਮੁੱਖ ਗੁਰੂ ਨੂੰ ਤੇ ਰੱਬ ਨੂੰ ਦਿਖਾਉਣ ਜੋਗੇ ਹੋ ਜਾਂਦੇ ਨੇ। ਭੁੱਲਾਂ ਚੁੱਕਾਂ ਦੀ ਖਿਮਾ ਨਾਲ ਬੇਨਤੀ ਕਰਨੀ ਚਾਹੁੰਦਾ, ਸਿੱਖ ਕੌਮ ਵਾਲਿਆਂ ਨੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ, ਮਾਨਵਤਾ ਨੂੰ ਤੜਫਦੀ ਨੂੰ ਇੱਕ ਸੱਚ ਦਾ ਸੁਨੇਹਾ ਦਿੱਤਾ ਹੈ, ਅਤੇ ਗਿਆਨੀ ਜਰਨੈਲ ਸਿੰਘ ਜੀ ਹੋਰਾਂ ਦਾ ਬਹੁਤ ਵੱਡਾ ਉਪਰਾਲਾ ਹੈ। ਸਾਰਿਆਂ ਦਾ ਉਹਨਾਂ ਦਾ ਹਾਰਦਿਕ ਧੰਨਵਾਦ। ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।